हेलो एवरीवन। सो अज आप एलीमेंट ऑफ बुक कीपिंग दा टॉपिक करांगे नॉट फॉर प्रॉफिट ऑर्गेनाइजेशन। सो फस्ट पार्ट असी कर चुके हैं जिहदे विच असी मीनिंग फीचर ते स्पैसिफिक टर्म्स आ ਉਹ कवर कीतियां सीगियां। ਇਹ सैकेंड पार्ट आ इस चैप्टर ਦਾ गैर व्यापारिक संगठनां ਦਾ। ਅੱਜ इस वीडियो ਦੇ ਵਿੱਚ ਅਸੀਂ ਇਹਨਾਂ ਦੇ ਫਾਈਨੈਂਸ਼ੀਅਲ ਸਟੇਟਮੈਂਟ ਬਾਰੇ ਸਟੱਡੀ ਕਰਾਂਗੇ ਵੀ ਇਹ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਕੀ ਤਿਆਰ ਕਰਦੇ ਆ। ਲਾਭ ਰਹਿਤ ਸੰਸਥਾਵਾਂ ਦਾ ਵਿੱਤੀ ਵਿਵਰਣ ਜਾਂ ਗੈਰ ਵਪਾਰਿਕ ਸੰਗਠਨਾਂ ਦਾ ਵਿੱਤੀ ਵਿਵਰਣ, ਫਾਈਨੈਂਸ਼ੀਅਲ ਸਟੇਟਮੈਂਟ ਆਫ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। देखो जो ये अपनी फाइनैंशियल अकाउंटिंग कर दियां, यानी कि जो ये अपनी अकाउंटिंग कर दियां, स्टेटमेंट्स प्रिपेयर कर दियां, इन्हां च ज़्यादा बुक्स तां मेनटेन कीतियां नहीं जांदियां। ये ज़्यादातर अपनी रोकड़ वही यानी कैश बुक, लैजर बुक ते मैंबर रजिस्टर ते एसेट्स रजिस्टर बनाते आ। इन्हां द्वारा साल दे एंड दे विच फाइनैंशियल स्टेटमेंट प्रिपेयर कीती जांदी है। स्टेटमेंट दे विच ये रिसीप्ट एंड पेमेंट अकाउंट, इनकम एंड एक्सपेंडिचर अकाउंट ते बैलेंस शीट तैयार करते हैं। प्राप्ति ते भुगतान खाता, आमदन ते खर्च खाता ते स्थिति विवरण, ये तीन चीज़ां बनाते हैं। हुण इन्हां बारे डिटेल च पढ़ांगे। पहला हैगा रिसीप्ट एंड पेमेंट अकाउंट। प्राप्ति ते भुगतान खाता, जिहड़ा रिसीप्ट एंड पेमेंट अकाउंट आ, वो कैश बुक की तरह हुंदा वा, जस्ट लाइक कैश बुक हुंदा, बट अकाउंट फॉर्म दे विच हुंदा। यह एक रियल अकाउंट हुंदा वा, यानी कि जो भी आंदा वा, डेबिट बट कम्स इन, क्रेडिट बट गोज वाला रूल एप्लीकेबल हुंदा वा। सो ਇਹਦਾ मतलब क्योंकि ਇਹ अकाउंट ਹੁੰਦਾ ਵਾ, ਇਹਦੇ ਵਿੱਚ ਦੋ ਸਾਈਡਸ ਹੁੰਦੀਆਂ, ਇੱਕ ਰਿਸੀਪਟ ਸਾਈਡ ਤੇ ਇੱਕ ਪੇਮੈਂਟ ਸਾਈਡ। ਜਿਹੜੀ ਰਿਸੀਪਟ ਸਾਈਡ ਹੁੰਦੀ ਆ ਉਹਦੇ ਵਿੱਚ ਕੈਸ਼ ਦੀ ਰਿਸੀਪਟ ਲਿਖੀ ਜਾਂਦੀ ਆ। ਰਿਸੀਪਟ ਚਾਹੇ ਕਿਸੇ ਵੀ ਸਾਲ ਨਾਲ ਰਿਲੇਟਡ ਹੋਵੇ ਉਹਨੂੰ ਅਸੀਂ ਰਿਸੀਪਟ ਸਾਈਡ ਲਿਖ ਦਾਂਗੇ। ਜੋ ਪੈਸੇ ਦਾ ਭੁਗਤਾਨ ਕੀਤਾ ਹੁੰਦਾ ਉਹਨੂੰ ਪੇਮੈਂਟ ਸਾਈਡ ਲਿਖਿਆ ਜਾਂਦਾ ਵਾ। ਸੋ ਇਸ ਤਰ੍ਹਾਂ ਇਹ ਜਿਹੜਾ ਅਕਾਊਂਟ ਹੁੰਦਾ ਵਾ ਉਹ ਇਹ ਫਰਮਾਂ ਜਿਹੜੀਆਂ ਸਾਲ ਦੇ ਐਂਡ 'ਚ ਤਿਆਰ ਕਰਦੀਆਂ ਵਾ ਤੇ ਇਹਦੇ ਵਿੱਚ ਉਹ ਸਾਰੇ ਸਾਲ ਦੌਰਾਨ ਜਿੰਨਾ ਇਹਨਾਂ ਨੇ ਕੁਝ ਪ੍ਰਾਪਤ ਕੀਤਾ ਹੁੰਦਾ, ਜਿੰਨਾ ਧਨ ਪ੍ਰਾਪਤ ਕੀਤਾ ਹੁੰਦਾ ਉਹ ਤੇ ਜਿੰਨੇ ਧਨ ਦਾ ਭੁਗਤਾਨ ਕੀਤਾ ਹੁੰਦਾ, ਪੇਮੈਂਟ ਕੀਤੀ, ਉਹ ਸਾਰੇ ਰਿਕਾਰਡ ਕਰਦੇ ਆ। ਜਿਵੇਂ ਕਿ ਪਹਿਲਾਂ ਦੱਸਿਆ, ਜੋ ਵੀ ਇਹਨਾਂ ਨੂੰ ਰਸੀਪਟ ਹੁੰਦੀ ਹੈ, ਯਾਨੀ ਕਿ ਧਨ ਦੀ ਕੈਸ਼ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਡੈਬਿਟ ਪੱਖ ਤੇ ਜੋ ਪੇਮੈਂਟ ਹੁੰਦੀ ਹੈ ਉਹਨੂੰ ਕ੍ਰੈਡਿਟ ਪੱਖ ਵੱਲ ਲਿਖਿਆ ਜਾਂਦਾ ਵਾ। ਹੁਣ ਸਾਲ ਦੇ ਦੌਰਾਨ ਜਿਹੜੀ ਕੈਸ਼ ਬੁੱਕ ਪ੍ਰਪੇਅਰ ਕੀਤੀ ਹੁੰਦੀ ਹੈ ਇਹਨਾਂ ਸੰਗਠਨਾਂ ਨੇ, ਉਹਨਾਂ ਤੋਂ ਦੇਖ ਕੇ ਇਹ ਰਿਸੀਪਟ ਐਂਡ ਪੇਮੈਂਟ ਅਕਾਊਂਟ बनाया जाता वा। ਇਹਦੇ ਵਿੱਚ ਰੈਵਨਿਊ ਤੇ ਕੈਪੀਟਲ ਯਾਨੀ ਰੈਵਨਿਊ ਤੇ ਪੂੰਜੀਗਤ ਦੋਵੇਂ ਤਰ੍ਹਾਂ ਦੀਆਂ ਆਈਟਮਸ ਇਨਕਲੂਡ ਕੀਤੀਆਂ ਜਾਂਦੀਆਂ ਵਾ। ਸੋ ਜੋ ਸਾਲ ਦੇ ਦੌਰਾਨ ਕੈਸ਼ ਬੁੱਕ ਮੇਨਟੇਨ ਕੀਤੀ ਹੁੰਦੀ ਹੈ, ਇਹ ਸਾਰਾ ਉਸ ਕੈਸ਼ ਬੁੱਕ ਦਾ ਸਾਰ ਹੁੰਦਾ, ਸਮਰੀ ਹੁੰਦੀ ਆ। ਇਹਦੇ ਵਿੱਚ ਕੈਸ਼ ਤੇ ਬੈਂਕ ਦੀਆਂ ਟ੍ਰਾਂਜੈਕਸ਼ਨਸ ਦੋਨੇ ਹੀ ਰਿਕਾਰਡ ਕੀਤੀਆਂ ਜਾਂਦੀਆਂ ਵਾ ਤੇ ਇਹਦੇ ਵਿੱਚ ਅਸੀਂ पेमेंट्स सारियां लिखते हैं, चाहे वो कैपिटल नेचर दी होवे, चाहे वो रेवेन्यू नेचर दी होवे, चाहे इस साल नाल रिलेटेड होवे, चाहे नेक्स्ट ईयर नाल रिलेटेड होवे, या कोई पास्ट पेमेंट होवे। जो पेमेंट या रिसीप्ट दा डिफरेंस हुंदा ਉਹਨੂੰ बैलेंस किया जांदा वा। कैश दा हमेशा बैलेंस पॉजिटिव हुंदा वा, पर बैंक दा बैलेंस आ ਜਿਹੜਾ नेगेटिव भी हो सकदा, यानी ओवरड्राफ्ट हो सकदा। सो इन नटशेल रिसीप्ट एंड पेमेंट अकाउंट ਜਿਹੜਾ ਇੱਕ ਰੀਅਲ ਅਕਾਊਂਟ ਹੁੰਦਾ ਵਾ, ਦੋ ਸਾਈਡਸ ਹੁੰਦੀਆਂ ਵਾ। ਡੈਬਿਟ ਸਾਈਡ ਤੇ ਰਿਸੀਪਟ ਲਿਖੀ ਜਾਂਦੀ ਹੈ, ਕ੍ਰੈਡਿਟ ਸਾਈਡ ਤੇ ਪੇਮੈਂਟ ਲਿਖੀ ਜਾਂਦੀ ਹੈ। ਰਿਸੀਪਟ ਹਰ ਤਰ੍ਹਾਂ ਦੀ ਲਿਖੀ ਜਾਂਦੀ ਆ, ਪੇਮੈਂਟ ਵੀ ਹਰ ਤਰ੍ਹਾਂ ਦੀ ਲਿਖੀ ਜਾਂਦੀ ਆ। ਤੇ ਇਹਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਬਾਕੀ ਸਾਰਾ ਕੁਝ ਕਲੀਅਰ ਹੋ ਜਾਣਾ ਵੀ ਇਹ ਇੱਕ ਰੀਅਲ ਅਕਾਊਂਟ ਆ। ਸਾਲ ਦੇ ਐਂਡ ਦੇ ਵਿੱਚ ਇਹਨੂੰ ਤਿਆਰ ਕੀਤਾ ਜਾਂਦਾ ਵਾ। ਇਹਦੇ ਵਿੱਚ ਦੋ ਸਾਈਡਸ ਹੁੰਦੀਆਂ, ਇੱਕ ਰਿਸੀਪਟ ਸਾਈਡ, ਇੱਕ ਪੇਮੈਂਟ ਸਾਈਡ। ਰਿਸੀਪਟਸ ਦੇ ਵਿੱਚ ਜੋ ਵੀ ਧਨ ਪ੍ਰਾਪਤ ਹੁੰਦਾ ਵਾ ਉਹ ਦਿਖਾਇਆ ਜਾਂਦਾ ਵਾ। ਪੇਮੈਂਟ ਜੋ ਪੇਮੈਂਟਸ ਕੀਤੀਆਂ ਜਾਂਦੀਆਂ ਵਾ ਉਹ ਦਿਖਾਈਆਂ ਜਾਂਦੀਆਂ ਵਾ। ਇਹਦੇ ਵਿੱਚ ਕੈਸ਼ ਤੇ ਬੈਂਕ ਦੇ ਟ੍ਰਾਂਜੈਕਸ਼ਨਸ ਇਨਕਲੂਡ ਕੀਤਾ ਜਾਂਦਾ ਵਾ। ਇਹ ਕੈਸ਼ ਤੇ ਬੈਂਕ ਦੇ ਓਪਨਿੰਗ ਬੈਲੈਂਸ ਤੋਂ ਸ਼ੁਰੂ ਕੀਤਾ ਜਾਂਦਾ ਵਾ ਤੇ ਇਹਨੂੰ ਸਾਲ ਦੇ ਦੌਰਾਨ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਕੈਸ਼ ਬੁੱਕ ਤਿਆਰ ਕਰਦੀਆਂ ਉਹ ਤੋਂ ਤਿਆਰ ਕੀਤਾ ਜਾਂਦਾ। ਇਹ ਕੈਸ਼ ਬੁੱਕ ਦੀ ਸਮਰੀ ਹੁੰਦੀ ਆ। ਸੋ ਰੈਵਨਿਊ ਤੇ ਕੈਪੀਟਲ ਦੋਨੇ ਤਰ੍ਹਾਂ ਦੀ ਆਈਟਮ ਇਨਕਲੂਡ ਕਰਦੇ ਆ। ਨਗਦ ਤੇ ਚੈੱਕ ਪ੍ਰਾਪਤੀਆਂ ਤੇ ਭੁਗਤਾਨ ਆਉਂਦੇ। ਇਹਦੇ ਵਿੱਚ ਇਹ ਦੋਹਰੀ ਪ੍ਰਣਾਲੀ ਦਾ ਹਿੱਸਾ ਨਹੀਂ ਹੈਗਾ। ਇਹ ਕੈਸ਼ ਬੇਸਿਸ ਤੇ ਤਿਆਰ ਕੀਤਾ ਜਾਂਦਾ, ਜੋ ਆਂਦਾ ਅਸੀਂ ਉਹੀ ਰਿਕਾਰਡ ਕਰਦੇ ਹਾਂ। ਕੈਸ਼ ਇਸ ਤੋਂ ਕਿਸੇ ਵੀ ਤਰ੍ਹਾਂ ਦਾ ਵਾਧਾ ਘਾਟਾ ਜਾਂ ਪ੍ਰੋਫਿਟ ਲਾਸ ਨਹੀਂ ਪਤਾ ਚੱਲਦਾ। ਇਸ ਦੇ ਵਿੱਚ ਪਿਛਲੇ ਸਾਲ, ਚੱਲਦੇ ਸਾਲ ਅਤੇ ਆਉਣ ਵਾਲੇ ਸਾਲ ਯਾਨੀ ਲਾਸਟ ਈਅਰ, ਕਰੰਟ ਈਅਰ ਐਂਡ ਨੈਕਸਟ ਈਅਰ ਨਾਲ ਰਿਲੇਟਡ ਸਾਰੀਆਂ ਟ੍ਰਾਂਜੈਕਸ਼ਨਸ ਜੋ ਧਨ ਨਾਲ
यानी कैश की पेमेंट नाल रिलेटेड होंदियां जां बैंकिंग ट्रांसैक्शन होंदी रिकॉर्ड कीती जांदियां वा। ਇਹਦੇ ਵਿੱਚ नॉन कैश आइटम्स जिवें डेप्रीसीएशन बैड डेप्ट ਨੂੰ शामिल नहीं किया जाता। ਇਹਦੇ ਅੱਗੇ आ गया अपना परफॉर्मा। देखो ये रिसीप्ट एंड पेमेंट साइड रिसीप्ट एंड पेमेंट अकाउंट ਦਾ परफॉर्मा ਵਾ। रिसीप्ट एंड पेमेंट फॉर द ईयर एंडिंग ਆਉਂਦਾ ਹੁੰਦਾ ਇਹਦੇ ਵਿੱਚ। ਇਹ रिसीप्ट साइड आ डेबिट साइड आ ਜਿਹੜੀ रिसीप्ट साइड होगी ਇਹ अमाउंट वाला कॉलम हो गया रिसीप्ट साइड ਦੀ। ਇਹ पेमेंट वाला कॉलम हो गया या अमाउंट वाला कॉलम हो गया। सो इस तरह रिसीप्ट एंड पेमेंट ਦਾ ਇਹ परफॉर्मा ਹੁੰਦਾ है। डेट ਇਹਦੀ ਉੱਪਰ ਲਿਖੀ ਜਾਂਦੀ ਹੈ रिसीप्ट एंड पेमेंट अकाउंट ਤੋਂ नीचे फॉर द ईयर एंडिंग क्योंकि साल ਚ एंड ਚ प्रिपेयर ਕੀਤਾ ਜਾਂਦਾ। ਨੈਕਸਟ ਹੈਗਾ ਪ੍ਰਾਪਤੀ ਅਤੇ ਭੁਗਤਾਨ ਖਾਤਾ ਤਿਆਰ ਕਰਨ ਦੀ ਵਿਧੀ। ਇਹਨੂੰ ਤਿਆਰ ਕਿਵੇਂ ਕੀਤਾ ਜਾਂਦਾ ਵਾ। ਦੇਖੋ ਇਹ ਰੋਕੜ ਬਹੀ ਦਾ ਸਾਰ ਹੁੰਦਾ ਯਾਨੀ ਕੈਸ਼ ਬੁੱਕ ਤੇ ਸਮਰੀ ਹੁੰਦੀ ਹੈ। ਇਹਨੂੰ ਤਿਆਰ ਕਰਨ ਦੇ ਲਈ ਅਸੀਂ ਕੈਸ਼ ਜਾਂ ਬੈਂਕ ਕੈਸ਼ ਅਤੇ ਬੈਂਕ ਕੈਸ਼ ਦਾ ਬੈਲੈਂਸ ਵੀ ਲੈਣਾ ਵਾ ਤੇ ਬੈਂਕ ਦਾ ਬੈਲੈਂਸ। ਕੈਸ਼ ਦਾ ਬੈਲੈਂਸ ਤਾਂ ਡੈਬਿਟ ਹੁੰਦਾ ਇਸ ਲਈ ਇਹਨੂੰ ਟੂ ਵਾਈਟ ਸਾਈਡ ਲਿਖਾਂਗੇ ਤੇ ਬੈਂਕ ਦਾ ਬੈਲੈਂਸ ਜੇ ਡੈਬਿਟ ਆ ਤਾਂ ਟੂ ਵਾਲੀ ਸਾਈਡ ਲਿਖਿਆ ਜਾਊਗਾ ਅਦਰਵਾਈਜ਼ ਉਹਨੂੰ ਬਾਈ ਵਾਲੀ ਸਾਈਡ ਲਿਖ ਦਾਂਗੇ ਜੇ ਓਵਰਡਰਾਫਟ ਹੋਊਗਾ। ਸੋ ਉਸ ਤੋਂ ਬਾਅਦ ਸਾਲ ਦੇ ਸੈਕੰਡ ਸਟੈਪ ਇਹਦਾ ਵੀ ਸਾਲ ਦੇ ਦੌਰਾਨ जो भी रेवन्यू रिसीप्ट्स ਹੁੰਦੀਆਂ ਵਾ ਜਾਂ कैपिटल रिसीप्ट्स ਹੁੰਦੀਆਂ ਵਾ ਉਹਨਾਂ ਨੂੰ डिफरेंट अलग ਅਸੀਂ यानी कि पर्टिकुलरली ਉਹਨਾਂ ਦਾ ਜੋੜ ਲਗਾ ਕੇ ਸਾਲ ਦੇ ਦੌਰਾਨ ਜੋ ਵੀ ਉਹ ਪੇਮੈਂਟ ਹੋਈ ਆ ਉਹਦਾ ਜੋੜ ਲਗਾ ਕੇ ਰਿਸੀਪਟ ਜਾਂ ਪੇਮੈਂਟ ਸਾਈਡ ਲਿਖ ਦਾਂਗੇ। ਜੇ ਰਿਸੀਪਟ ਆ ਤਾਂ ਡੈਬਿਟ ਸਾਈਡ ਲਿਖ ਦਾਂਗੇ यानी कि ਜੇ ਮਿਲਿਆ ਤਾਂ ਡੈਬਿਟ ਸਾਈਡ ਲਿਖ ਦਾਂਗੇ। ਰਿਸੀਪਟ ਸਾਈਡ ਜੇ ਭੁਗਤਾਨ ਕੀਤਾ ਤਾਂ ਕ੍ਰੈਡਿਟ ਸਾਈਡ ਲਿਖ ਦਾਂਗੇ। ਇਦਾਂ ਹੀ ਜੇ ਭੁਗਤਾਨ ਕੀਤੇ ਆ ਉਹਨਾਂ ਨੂੰ ਵੀ ਅਲੱਗ-ਅਲੱਗ ਲਿਖਿਆ ਜਾਊਗਾ ਅਕਾਊਂਟ ਵਾਈਜ਼। ਤੇ ਪੇਮੈਂਟ ਆ ਇਹਨਾਂ ਨੂੰ ਅਸੀਂ ਪੇਮੈਂਟ ਭੁਗਤਾਨ ਆ ਪੇਮੈਂਟ ਸਾਈਡ ਲਿਖਿਆ ਜਾਊਗੇ। ਇਸ ਦੇ ਵਿੱਚ ਅਸੀਂ ਸਾਰੀਆਂ ਰੈਵਨਿਊ ਕੈਪੀਟਲ ਲਾਸਟ ਈਅਰ ਦੀ ਕਰੰਟ ਈਅਰ ਦੀ ਤੇ ਨੈਕਸਟ ਈਅਰ ਜੋ ਆਣਾ ਵਾ ਉਹਨਾਂ ਦੇ ਸਾਰਿਆਂ ਦੀ ਪੇਮੈਂਟਸ ਤੇ ਰਿਸੀਪਟਸ ਇਨਕਲੂਡ ਕਰਦੇ ਆ। ਫਿਰ ਇਹਨਾਂ ਦਾ ਅਸੀਂ ਜੋੜ ਲਗਾ ਲੈਂਦੇ ਆ ਤੇ ਦੋਨੇ ਸਾਈਡਸ ਦਾ ਡਿਫਰੈਂਸ ਪਤਾ ਕਰਦੇ ਆ ਤੇ बैलेंस निकलदा वा। कैश का तो हमेशा पॉजिटिव बैलेंस दा रिसीप्ट हमेशा पेमेंट तो ज्यादा हुंदी है पर बैंक दे विच रिसीप्ट्स जे पेमेंट तो ज्यादा वा तां बैलेंस होऊगा। जे पेमेंट ज्यादा हो जांदी है रिसीप्ट्स तो तां उत्थे ओवरड्राफ्ट निकलूगा। देखो हुण एक सम करदे हां असीं फ्रॉम द फॉलोइंग पर्टिकुलर ऑफ गोल्ड क्लब प्रिपेयर रिसीप्ट एंड पेमेंट अकाउंट फॉर द ईयर एंडिंग 31 दिसंबर 2013। ਆਪਾਂ ਗੋਲਡ ਕਲੱਬ ਦਾ ਰਿਸੀਪਟ ਐਂਡ ਪੇਮੈਂਟ ਅਕਾਊਂਟ ਬਣਾਉਣਾ ਵਾ। ਦੇਖੋ ਔਨ 1 ਅਪ੍ਰੈਲ ਕੈਸ਼ ਇਹਨਾਂ ਕੋਲ ਹੈਗਾ 20,000 ਦਾ ਬੈਂਕ ਬੈਲੈਂਸ ਹੈਗਾ ਵਾ 23,000 ਦਾ। ਦੇਖੋ ਪਹਿਲਾਂ ਅਸੀਂ ਰਿਸੀਪਟ ਐਂਡ ਪੇਮੈਂਟ ਅਕਾਊਂਟ ਲਿਖ ਲਿਆ ਫॉर द ईयर एंडिंग 31 मार्च 2013 हो गया। डेबिट साइड हो गई क्रेडिट साइड हो गई रिसीप्ट पेमेंट रिसीप्ट अमाउंट पेमेंट अमाउंट। ਹੁਣ ਇਹ ਜਿਹੜਾ बैलेंस आ क्योंकि कैश ਦਾ डेबिट बैलेंस आ बैंक ਦਾ ਵੀ बैलेंस ਇਹਨੂੰ 2 ਵਾਲੀ ਸਾਈਡ ਲਿਖਾਂਗੇ 2 ਕਰਕੇ ਲਿਖਾਂਗੇ डेबिट साइड ਦੇ 2 बैलेंस कैश का लिख लिया 20,000 ਤੇ बैंक का लिख लिया 23,000। नैक्सट आ गया सबसक्रिप्शन रिसीव्ड। सानू सबसक्रिप्शन मिली है क्योंकि सारी पानी है इस करके ਅਸੀਂ लिखांगे टू सबसक्रिप्शन 14,000। नैक्सट बुक्स परचेज की पेमेंट होगी ਅਸੀਂ बुक्स परचेज ਨੂੰ पेमेंट वाली साइड ਤੇ लिखांगे बाय बुक्स परचेज सेकंड नंबर ਤੇ लिखिया। इधर पहला बुक्स परचेज 3,300 हो गई। इस तो बाद रेंट पेड आ गया। रेंट पेड इधर देख लेना पहला रेंट पेड 6,000 है भी पेमेंट असं लिखांगे बाय रेंट 6,000। दैन डोनेशन रिसीप्ट आ गई इनकम आनो असी 2 वाली साइड लिखांगे रिसीप्ट आ गई टू डोनेशन 1200 दी लिखती असी। नैक्सट साडे कोले आ गया इन्वेस्टमेंट की असी 24,000 दी। जो असी इन्वेस्टमेंट करते हैं मतलब कोई एसेट वगैरह खरीदी आ या तां साडी पेमेंट होगी इस करके बाय इन्वेस्टमेंट असी लिखांगे बाय इन्वेस्टमेंट 24,000। नैक्सट है पोस्टेज एंड स्टेशनरी परचेज अगेन एक्सपेंडिचर है साडा पेमेंट आ बाय पोस्टेज एंड स्टेशनरी लिख देने 1,000। नैक्सट है जनरल एक्सपेंस 500 दे जे भी खर्चा वा साडा सो असीं लिखांगे जनरल एक्सपेंस बाय जनरल एक्सपेंस सो असीं लिख दांगे 500। नैक्सट है न्यूज़ पेपर एंड मैगजीन परचेज ये भी एक्सपेंडिचर आ न्यूज़ पेपर एंड मैगजीन असीं लिख दांगे 1400 इत्थे 1400 होएगा टोटल तो पता लग जाएगा आपां नूं। दैन कमीशन रिसीव्ड इनकम असं लिखांगे टू कमीशन इनकम यानी कि रिसीप्ट है टू कमीशन लिखांगे 1,500। सो सारी एंट्रीज जो कर लिया इस तो बाद इन्होंने 31 मार्च ਨੂੰ बैलेंस दिता कैश का 1,800 बैंक बैलेंस फाइंड आउट करना। असी बैलेंस लिख लांगे बाय बैलेंस कैश का बैलेंस लिख लांगे 1,800। हुण बाकी दा असी हुण ऐड करांगे इहनूं सारे नूं ऐड करदे हां 20,000 प्लस 23,000 प्लस 14,000 प्लस 1,200 प्लस 1,500 20 43 47 57 58 59 700 बन गया इधर। फिर असी इहदा टोटल लगावांगे
39 33 34 35 36 200 37 3800 3800 टोटल इत्थे तक बन गया। फिर जो बचेगा 29700 चो 38 100 ਨੂੰ ਅਸੀਂ ਲੈਸ ਕਰ ਦਾਂਗੇ। सो 21700 ਸਾਡੇ ਕੋਲ बैलेंस बन गया। ये ਜਿਹੜਾ बैलेंस ਆ ਇਹ बैंक बैलेंस ਹੋਏਗਾ। सो इस तरह रिसीप्ट पेमेंट अकाउंट ਆ ਜਿਹੜਾ ਤਿਆਰ ਕੀਤਾ ਜਾਊਗਾ। ਨੈਕਸਟ ਅਕਾਊਂਟ ਆਂਦਾ ਸਾਡੇ ਕੋਲੇ ਆਮਦਨ ਅਤੇ ਖਰਚ ਖਾਤਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਜਿਹੜਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਆ ਇੱਕ ਤਾਂ ਰਿਸੀਪਟ ਐਂਡ ਪੇਮੈਂਟ ਅਕਾਊਂਟ ਪ੍ਰਿਪੇਅਰ ਕੀਤਾ ਜਾਂਦਾ ਵਾ ਸਾਲ ਦੇ ਐਂਡ 'ਚ ਨॉन फॉर प्रॉफिट ऑर्गेनाइजेशन ਦੁਆਰਾ। ਇੱਕ ਉਹਨਾਂ ਨੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਪ੍ਰਿਪੇਅਰ ਕਰਨਾ ਵਾ ਕਿਉਂਕਿ ਜਿਹੜਾ ਰਿਸੀਪਟ ਐਂਡ ਪੇਮੈਂਟ ਅਕਾਊਂਟ ਆ ਉਹ ਵਪਾਰ ਦੇ ਰਿਜ਼ਲਟ ਬਾਰੇ ਇਨਫੋਰਮੇਸ਼ਨ ਨਹੀਂ ਦਿੰਦਾ। ਸੋ ਜਿਹੜਾ ਰਿਸੀਪਟ ਐਂਡ ਜਿਹੜਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਹੈ ਇਹ ਨੋਮੀਨਲ ਅਕਾਊਂਟ ਹੁੰਦਾ ਵਾ। ਸੋ ਉਹਦਾ ਮਤਲਬ ਇਨਕਮ ਤੇ ਐਕਸਪੈਂਡੀਚਰ ਨਾਲ ਰਿਲੇਟਡ ਹੁੰਦਾ ਵਾ। ਜਿਹੜੀ ਇਨਕਮ ਆ ਉਹਨੂੰ ਕ੍ਰੈਡਿਟ ਕੀਤੀ ਜਾਂਦੀ ਆ, ਜੋ ਐਕਸਪੈਂਡੀਚਰ ਆ ਉਹਨਾਂ ਨੂੰ ਡੈਬਿਟ ਕੀਤਾ ਜਾਂਦਾ ਵਾ। ਸੋ ਇਸ ਅਕਾਊਂਟ ਦੇ ਵਿੱਚ ਅਸੀਂ ਸਿਰਫ ਕਰੰਟ ਈਅਰ ਨਾਲ ਰਿਲੇਟਡ ਪੇਮੈਂਟ ਤੇ ਰਿਸੀਪਟਸ ਨੂੰ ਲਿਖਦੇ ਹਾਂ, ਚਾਹੇ ਉਹ ਐਕਚੁਅਲ ਚ ਕਰੰਟ ਈਅਰ ਨਾਲ ਰਿਲੇਟਡ ਇਨਕਮ ਤੇ ਐਕਸਪੈਂਡੀਚਰ ਨੂੰ ਲਿਖਦੇ ਹਾਂ, ਪੇਮੈਂਟ ਤੇ ਰਿਸੀਪਟ ਨੂੰ ਨਹੀਂ। ਕਰੰਟ ਈਅਰ ਨਾਲ ਰਿਲੇਟਡ ਇਨਕਮ ਤੇ ਐਕਸਪੈਂਡੀਚਰ ਨੂੰ ਲਿਖਦੇ ਹਾਂ, ਚਾਹੇ ਉਹ ਇਨਕਮ ਪ੍ਰਾਪਤ ਹੋਈ ਹੋਵੇ ਜਾਂ ਪ੍ਰਾਪਤੀ ਯੋਗ ਹੋਵੇ। ਇਦਾਂ ਹੀ ਚਾਹੇ ਉਹ ਐਕਸਪੈਂਡੀਚਰ ਪੇਡ ਕਰਤਾ ਹੋਵੇ ਜਾਂ ਪੇਬਲ ਹੋਵੇ, ਜਾਨੀ ਅਦਾਇਗੀ ਯੋਗ ਹੋਵੇ। ਸੋ ਕੋਈ ਇਨਕਮ ਆ ਜੇ ਉਹ ਸਾਨੂੰ ਪ੍ਰਾਪਤ ਹੋਈ ਆ, ਕੁਛ ਉਹ ਚ ਮਿਲਣ ਵਾਲੀ ਰਹਿੰਦੀ ਆ ਤਾਂ ਉਹਨੂੰ ਐਡ ਕਰ ਲਾਂਗੇ, ਯਾਨੀ ਕਿ ਰਿਸੀਵੇਬਲ ਨੂੰ ਐਡ ਕਰ ਲਾਂਗੇ, ਪ੍ਰਾਪਤੀ ਯੋਗ ਨੂੰ ਐਡ ਕਰ ਲਾਂਗੇ। ਜੇ ਕੋਈ ਜ਼ਿਆਦਾ ਮਿਲ ਗਿਆ ਤਾਂ ਉਹਨੂੰ ਲੈਸ ਕਰ ਲਾਂਗੇ। ਯਾਨੀ ਕਿ ਇਹਦੇ ਵਿੱਚ ਐਡਜਸਟਮੈਂਟਸ ਕੀਤੀਆਂ ਜਾਂਦੀਆਂ ਵਾ। ਸੋ ਕਿਉਂਕਿ ਇਹਨਾਂ ਫਰਮਸ ਨੇ ਵੀ ਆਪਣਾ ਪ੍ਰੋਫਿਟ ਐਂਡ ਲਾਸ ਫਾਈਂਡ ਆਊਟ ਕਰਨਾ ਹੁੰਦਾ ਵਾ। ਫਿਰ ਇਹ ਆਪਣੀ ਜੋ ਇਹਨਾਂ ਦੀ ਇਨਕਮ ਸਾਈਡ ਹੁੰਦੀ ਆ ਉਹਦੇ ਵਿੱਚੋਂ ਜੋ ਐਕਸਪੈਂਡੀਚਰ ਹੁੰਦੇ ਉਹਨਾਂ ਨੂੰ ਲੈਸ ਕਰਦੇ ਆ। ਜੇ ਇਨਕਮ ਜ਼ਿਆਦਾ ਹੁੰਦੀ ਐਕਸਪੈਂਡੀਚਰ ਨਾਲੋਂ ਤਾਂ ਉਹਨੂੰ ਸਰਪਲਸ ਕਿਹਾ ਜਾਂਦਾ, ਵਾਧਾ ਕਿਹਾ ਜਾਂਦਾ ਵਾ। ਜੇ ਇਸ ਤੋਂ ਉਲਟ ਜੇ ਐਕਸਪੈਂਡੀਚਰ ਜ਼ਿਆਦਾ ਹੋ ਜਾਂਦੇ ਆ ਇਨਕਮ ਦੇ ਨਾਲੋਂ ਤਾਂ ਉਹਨੂੰ ਡੈਫਿਸਿਟ ਕਿਹਾ ਜਾਂਦਾ ਵਾ। ਸੋ ਮਤਲਬ ਇਹ ਜਿਹੜੀਆਂ ਸੰਸਥਾਵਾਂ ਵਾ ਸਾਲ ਦੇ ਐਂਡ 'ਚ ਰਿਜ਼ਲਟ ਪਤਾ ਕਰਨ ਦੇ ਲਈ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਪ੍ਰਿਪੇਅਰ ਕਰਦੇ ਆ, ਜੋ ਇੱਕ ਨੋਮੀਨਲ ਅਕਾਊਂਟ ਆ ਜਿਹਦੇ ਵਿੱਚ ਸਾਰੀਆਂ ਇਨਕਮਸ ਕ੍ਰੈਡਿਟ ਕੀਤੀਆਂ ਜਾਂਦੀਆਂ ਵਾ, ਸਾਰੇ ਐਕਸਪੈਂਡੀਚਰ ਡੈਬਿਟ ਕੀਤੇ ਜਾਂਦੇ ਆ। ਜਿਹੜੀ ਇਨਕਮ ਅਕਰੂਅਲ ਸਿਸਟਮ ਤੇ ਕ੍ਰੈਡਿਟ ਕੀਤੀਆਂ ਜਾਂਦੀਆਂ, ਯਾਨੀ ਕਿ ਇਨਕਮ ਕਰੰਟ ਈਅਰ ਨਾਲ ਰਿਲੇਟਡ ਹੋਣੀ ਚਾਹੀਦੀ ਹੈ, ਚਾਹੇ ਉਹ ਰਿਸੀਵਡ ਹੋਈ ਹੋਵੇ ਚਾਹੇ ਨਾ। ਜੇ ਕੋਈ ਇਨਕਮ ਪ੍ਰੀ ਰਿਸੀਵਡ ਹੋਈ ਉਹਨੂੰ ਲੈਸ ਕਰ ਦਾਂਗੇ, ਜੋ ਕੋਈ ਰਿਸੀਵੇਬਲ ਆ ਉਹਨੂੰ ਐਡ ਕਰ ਦਾਂਗੇ। ਇਦਾਂ ਹੀ ਐਕਸਪੈਂਡੀਚਰ ਆ ਜੇ ਕੋਈ ਪੇਏਬਲ ਆ ਉਹਨੂੰ ਐਡ ਕਰ ਲਾਂਗੇ, ਕਰੰਟ ਈਅਰ ਦੇ ਰਿਲੇਟਡ ਪੇਏਬਲ ਐਡ ਕਰ ਲਾਂਗੇ, ਜੇ ਕੋਈ ਪ੍ਰੀਪੇਡ ਆ ਉਹਨੂੰ ਲੈਸ ਕਰ ਦਾਂਗੇ। ਸੋ ਇਹ ਫੀਚਰਸ ਤਕਰੀਬਨ ਸਾਰੀਆਂ ਫੀਚਰਸ ਹੋ ਗਈਆਂ ਵੀ ਇਹ ਨੋਮੀਨਲ ਅਕਾਊਂਟ ਹੁੰਦਾ ਵਾ, ਇਹ ਸਾਲ ਦੇ ਐਂਡ 'ਚ ਤਿਆਰ ਕੀਤਾ ਜਾਂਦਾ ਵਾ, ਇਹਦੀਆਂ ਦੋ ਸਾਈਡਸ ਹੁੰਦੀਆਂ ਵਾ। ਸੋ ਇਸ ਨੂੰ ਸਿਰਫ ਕਰੰਟ ਈਅਰ ਦੇ ਵਿੱਚ ਜੋ ਕਰੰਟ ਈਅਰ ਨਾਲ ਰਿਲੇਟਡ ਜੋ ਪੇਮੈਂਟ ਜਾਂ ਐਕਸਪੈਂਡੀਚਰ ਹੁੰਦੇ ਉਹੀ ਲਿਖੇ ਜਾਂਦੇ ਆ। ਸੋ ਇਹਦੇ ਵਿੱਚ ਇੱਕ ਗੱਲ ਖਾਸ ਹੋਰ ਆ, ਇਹਦੇ ਵਿੱਚ ਸਿਰਫ ਰੈਵਨਿਊ ਰਿਸੀਪਟ ਤੇ ਪੇਮੈਂਟ ਹੀ ਲਿਖੀਆਂ ਜਾਂਦੀਆਂ ਵਾ, ਕੈਪੀਟਲ ਰਿਸੀਪਟ ਤੇ ਪੇਮੈਂਟ ਵਿੱਚ ਨਹੀਂ ਲਿਖੀਆਂ ਜਾਂਦੀਆਂ। ਇਹਦੇ ਸ਼ੁਰੂ ਦਾ ਕੋਈ ਵੀ ਬਕਾਇਆ ਨਹੀਂ ਹੁੰਦਾ, ਇਹਨੂੰ ਸ਼ੁਰੂ ਕਰਨ ਲੱਗੇ ਕਿਸੇ ਤਰ੍ਹਾਂ ਦਾ ਬੈਲੈਂਸ ਨਹੀਂ ਲਿਖਿਆ ਜਾਂਦਾ। ਤੇ ਇਹ ਰਿਸੀਪਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਜੋ ਆਈਟਮਸ ਦਿੱਤੀਆਂ ਹੁੰਦੀਆਂ ਤੇ ਜੋ ਐਡੀਸ਼ਨਲ ਇਨਕਮ ਦਿੱਤੀ ਹੁੰਦੀ ਉਹ ਤੋਂ ਤਿਆਰ ਕੀਤਾ ਜਾਂਦਾ ਵਾ। ਇਹਦੇ ਵਿੱਚ ਰੈਵਨਿਊ ਆਈਟਮਸ ਸ਼ਾਮਿਲ ਕਰਦੇ ਆ, ਕੈਪੀਟਲ ਨੂੰ ਨਹੀਂ ਸ਼ਾਮਿਲ ਕਰਦੇ। ਇਹ ਆਰਗੇਨਾਈਜੇਸ਼ਨ ਦੇ ਵਾਧੇ ਜਾਂ ਘਾਟੇ ਨੂੰ ਦਿਖਾਉਂਦਾ ਵਾ। ਇਹ ਵੀ ਦੋਹਰੀ ਰੇਖਾ ਪ੍ਰਣਾਲੀ ਦਾ ਹਿੱਸਾ ਨਹੀਂ ਆ। ਇਹਨੂੰ ਬਣਾਉਣ ਲੱਗੇ ਉਪਾਰਜਨ ਆਧਾਰਿਤ ਫੋਲੋ ਕੀਤਾ ਜਾਂਦਾ ਵਾ। ਤੇ ਆਮਦਨ ਦੇ ਜੋੜ ਜੇ ਜ਼ਿਆਦਾ ਖਰਚਿਆਂ ਨਾਲੋਂ ਸਰਪਲਸ, ਜੇ ਖਰਚਿਆਂ ਦਾ ਜ਼ਿਆਦਾ ਆਮਦਨ ਨਾਲੋਂ ਤਾਂ ਘਾਟਾ ਗਿਆ ਜਾਂਦਾ ਵਾ। ਸਿਰਫ ਕਰੰਟ ਈਅਰ ਨਾਲ ਰਿਲੇਟਡ ਅਸੀਂ ਰਿਸੀਪਟ ਤੇ ਪੇਮੈਂਟ ਇਨਕਲੂਡ ਕਰਦੇ ਹਾਂ, ਬਾਕੀ ਐਡਜਸਟਮੈਂਟ ਕਰ ਲੈਂਦੇ ਆ। ਇਹਦੇ ਵਿੱਚ ਮੁੱਲ ਕਸਾਈ ਤੇ ਮਰੇ ਕਰਜ਼ਿਆਂ ਨੂੰ ਯਾਨੀ ਬੈਡ ਡੈਪਟ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਪਰਫਾਰਮਾ ਆ ਗਿਆ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦਾ। ਦੇਖੋ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਇਹ ਵੀ ਸਾਲ ਦੇ ਐਂਡ 'ਚ ਬਣਦਾ। ਫੋਰ ਦਾ ਈਅਰ ਐਂਡਡ ਇਹ ਡੈਬਿਟ ਸਾਈਡ ਹੋ ਗਈ, ਇਹ ਕ੍ਰੈਡਿਟ ਸਾਈਡ ਹੋ ਗਈ। ਐਕਸਪੈਂਡੀਚਰ ਡੈਬਿਟ ਸਾਈਡ ਤੇ ਹੁੰਦੇ ਆ, ਇੱਥੇ ਅਮਾਊਂਟ ਲਿਖਾਂਗੇ। ਇਨਕਮ ਕ੍ਰੈਡਿਟ ਸਾਈਡ ਤੇ ਹੁੰਦੇ, ਇੱਥੇ ਅਮਾਊਂਟ ਲਿਖਾਂਗੇ। ਦੇਖੋ ਪ੍ਰੋਸੀਜਰ ਕੀ ਹੈ ਇਹਨੂੰ ਬਣਾਉਣ ਦੀ। ਪ੍ਰੋਸੀਜਰ ਟੂ ਪ੍ਰਪੇਅਰ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਪ੍ਰਾਪਤੀ ਜੋ ਰਿਸੀਪਟ ਐਂਡ ਪੇਮੈਂਟ ਅਕਾਊਂਟ 'ਚ ਸਿਰਫ ਰੈਵਨਿਊ ਆਈਟਮਸ ਹੁੰਦੀਆਂ ਵਾ, ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਇਨਕਮ ਤੇ ਐਕਸਪੈਂਡੀਚਰ ਦੇ ਵਿੱਚ
ਕਰੈਕਟ ਸਾਈਡ ਦੇ ਵਿੱਚ ਲਿਖ ਲੈਣਾ ਵਾ। यानी असी रिसीप्ट एंड पेमेंट अकाउंट ਨੂੰ ਦੇਖਣਾ ਵਾ, ਨਾਲ ਅਸੀਂ ਐਡੀਸ਼ਨਲ ਇਨਫੋਰਮੇਸ਼ਨ ਕੰਸੀਡਰ ਕਰਨੀ ਆ। ਪਹਿਲਾਂ ਅਸੀਂ ਰਿਸੀਪਟ ਐਂਡ ਪੇਮੈਂਟ ਅਕਾउंट 'ਚ ਦੇਖ ਲੈਣਾ, ਜਿਹੜੀ ਉਹਦੀ ਰਿਸੀਪਟ ਸਾਈਡ ਹੁੰਦੀ ਆ ਉਹ ਇਨਕਮ ਸਾਈਡ 'ਚ ਲਿਖਿਆ ਜਾਊਗਾ, ਜਿਹੜੀ ਉਹਦੀ ਪੇਮੈਂਟ ਸਾਈਡ ਹੁੰਦੀ ਆ ਉਹ ਇਹਦੀ ਐਕਸਪੈਂਡੀਚਰ ਸਾਈਡ 'ਚ ਲਿਖੀ ਜਾਊਗੀ। ਸਭ ਤੋਂ ਪਹਿਲਾਂ ਜਿਹੜਾ ਮੈਂ ਬੈਲੈਂਸ ਲਿਖਿਆ ਹੁੰਦਾ ਰਿਸੀਪਟ ਐਂਡ ਪੇਮੈਂਟ ਅਕਾउंट ਦਾ, ਉਹ ਬੈਲੈਂਸ ਅਸੀਂ ਇਸ ਖਾਤੇ ਦੇ ਵਿੱਚ ਨਹੀਂ ਲਿਖਣਾ, ਇਨਕਮ ਐਂਡ ਐਕਸਪੈਂਡੀਚਰ 'ਚ ਨਹੀਂ ਲਿਖਿਆ ਜਾਊਗਾ। ਸੋ ਜੋ ਰਿਸੀਪਟ ਐਂਡ ਪੇਮੈਂਟ ਅਕਾउंट 'ਚ ਕ੍ਰੈਡਿਟ ਲਿਖਿਆ ਹੁੰਦਾ ਵਾ, ਯਾਨੀ ਕਿ ਜੋ ਉਹਦੀ ਕ੍ਰੈਡਿਟ ਸਾਈਡ ਪੇਮੈਂਟ ਸਾਈਡ ਹੁੰਦਾ ਵਾ, ਉਹਨਾਂ ਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾउंट ਦੀ ਡੈਬਿਟ ਸਾਈਡ ਲਿਖਾਂਗੇ, ਪਰ ਸਾਰੀਆਂ ਆਈਟਮ ਨਹੀਂ ਲਿਖਾਂਗੇ, ਸਿਰਫ ਰੈਵਨਿਊ ਆਈਟਮਸ ਜਿਹੜੀਆਂ ਰਿਸੀਪਟ ਐਂਡ ਪੇਮੈਂਟ ਅਕਾउंट 'ਚ ਰੈਵਨਿਊ ਆਈਟਮਸ ਆ, ਉਹ ਰੈਵਨਿਊ ਆਈਟਮਸ ਨੂੰ ਇਨਕਮ ਐਂਡ ਐਕਸਪੈਂਡੀਚਰ 'ਚ ਡੈਬਿਟ ਸਾਈਡ ਦੇ ਉੱਤੇ ਯਾਨੀ ਐਕਸਪੈਂਡੀਚਰ ਦੇ ਰੂਪ 'ਚ ਲਿਖਾਂਗੇ। ਇਦਾਂ ਹੀ ਰਿਸੀਪਟ ਐਂਡ ਪੇਮੈਂਟ ਅਕਾउंट 'ਚ ਜਿਹੜੇ ਰਿਸੀਪਟ ਐਂਡ ਪੇਮੈਂਟ ਅਕਾउंट 'ਚ ਜਿਹੜੀ ਡੈਬਿਟ ਪੱਖ ਵਿੱਚ ਯਾਨੀ ਰਿਸੀਪਟ ਲਿਖੀਆਂ ਹੁੰਦੀਆਂ ਵਾ, ਉਹਨਾਂ ਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾउंट ਦੇ ਵਿੱਚ ਕ੍ਰੈਡਿਟ ਸਾਈਡ ਯਾਨੀ ਇਨਕਮ ਦੇ ਰੂਪ ਵਿੱਚ ਲਿਖਾਂਗੇ। ਜੇ ਸਾਲ ਦੇ ਐਂਡ ਦੇ ਵਿੱਚ ਰਿਸੀਪਟ ਐਂਡ ਪੇਮੈਂਟ ਅਕਾउंट ਤੋਂ ਇਲਾਵਾ ਕੁਝ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ ਜਾਂਦੀ ਆ, ਤਾਂ ਉਸ ਇਨਫੋਰਮੇਸ਼ਨ ਦੇ ਅਕੋਰਡਿੰਗਲੀ ਅਸੀਂ ਐਡਜਸਟਮੈਂਟ ਕਰਾਂਗੇ। ਜਿਵੇਂ ਕੋਈ ਰਿਸੀਪਟ ਐਂਡ ਪੇਮੈਂਟ ਅਕਾउंट 'ਚ ਕੋਈ ਵੀ ਰਕਮ ਲਿਖੀ ਆ, ਜਿਵੇਂ ਪੇਮੈਂਟ ਲਿਖੀ ਆ, ਪੇਮੈਂਟ ਐਜ਼ ਪਰ ਰਿਸੀਪਟ ਐਂਡ ਪੇਮੈਂਟ ਅਕਾउंट, ਫਿਰ ਉਹ 'ਚ ਲਿਖਿਆ ਹੋਇਆ ਵਾ ਵੀ ਅਮਾਉਂਟ ਆਊਟਸਟੈਂਡਿੰਗ ਐਟ ਦਾ ਐਂਡ ਆਫ ਦਾ ਈਅਰ, ਇਸ ਸਾਲ ਦੇ ਕੁਝ ਰਕਮ ਖੜੀ ਆ ਐਂਡ 'ਚ, ਉਹਨੂੰ ਅਸੀਂ ਐਡ ਕਰ ਲਾਂਗੇ। ਪਲੱਸ ਫਿਰ ਐਡ ਕਰਾਂਗੇ ਅਮਾਉਂਟ ਪੇਡ ਇਨ ਐਡਵਾਂਸ ਇਨ ਦਾ ਬਿਗਨਿੰਗ, ਜੋ ਸ਼ੁਰੂ 'ਚ ਐਡਵਾਂਸ ਦੇ ਦਿੱਤੀ ਸੀ। ਮੰਨ ਲਓ ਸਾਡੇ ਕੋਲੇ 3 ਸਾਲ ਆ, 12 13 14 ਸੀ, 13 ਦਾ ਕੰਮ ਕਰ ਰਹੇ ਆ 2013 ਦਾ, ਤਾਂ 13 ਦੀ ਇਨਕਮ ਅਸੀਂ ਪਹਿਲਾਂ ਲਿਖ ਲੈਣੀ ਆ, ਫਿਰ ਜਿੰਨੀ 12 'ਚ ਰਿਸੀਵ ਕਰ ਲਈ ਸੀ 13 ਲਈ ਯਾਨੀ ਅਮਾਉਂਟ ਪੇਡ ਇਨ ਐਡਵਾਂਸ ਇਨ ਦਾ ਬਿਗਨਿੰਗ ਆਫ ਦਾ ਈਅਰ, ਉਹ ਐਡ ਕਰ ਲਾਂਗੇ। ਜਿੰਨੀ ਆਊਟਸਟੈਂਡਿੰਗ ਆ 13 ਦੀ ਉਹ ਐਡ ਕਰ ਲਾਂਗੇ। ਟੋਟਲ ਅਮਾਉਂਟ ਜਿੰਨੀ ਬਣ ਗਈ ਉਹਦੇ ਵਿੱਚੋਂ ਫਿਰ ਲੈਸ ਕਰਾਂਗੇ ਅਮਾਉਂਟ ਪੇਡ ਫॉर ਲਾਸਟ ਈਅਰ ਜੋ ਪਿਛਲੇ ਸਾਲ ਲਈ ਪੇ ਕੀਤੀ ਆ, ਅਮਾਉਂਟ ਫॉर ਨੈਕਸਟ ਈਅਰ ਜੋ ਅਗਲੇ ਸਾਲ ਲਈ ਪੇ ਕੀਤੀ ਆ। ਇਹਨਾਂ ਦੋਨਾਂ ਆਈਟਮਸ ਨੂੰ ਲੈਸ ਕਰ ਦਾਂਗੇ, ਜੋ ਆਊਗਾ ਉਹ ਆ ਜਾਊਗੀ ਅਮਾਉਂਟ ਟੂ ਬੀ ਡੈਬਿਟਡ ਇਨ ਇਨਕਮ ਐਂਡ ਐਕਸਪੈਂਡੀਚਰ ਅਕਾउंट। ਨੈਕਸਟ 6th ਪੁਆਇੰਟ ਦੇ ਵਿੱਚ ਹੈ ਕਿ ਕੁਝ ਸਪੈਸੀਫਿਕ ਆਈਟਮਸ ਹੁੰਦੀਆਂ ਵਾ ਜਿਨ੍ਹਾਂ ਦਾ ਸਟਾਕ ਹੁੰਦਾ, ਜਿਵੇਂ ਸਟੇਸ਼ਨਰੀ, ਮੈਡੀਸਨ, ਸਪੋਰਟਸ ਮਟੀਰੀਅਲ। ਸੋ ਇਹ ਆਰਗੇਨਾਈਜੇਸ਼ਨਸ ਦੇ ਵਿੱਚ ਕੰਜ਼ਿਊਮ ਵੀ ਹੁੰਦੀਆਂ, ਇਹਨਾਂ ਦਾ ਸਟਾਕ ਵੀ ਹੁੰਦਾ ਵਾ। ਸੋ ਇਸ ਤਰ੍ਹਾਂ ਦੀ ਆਈਟਮਸ ਨੂੰ ਰਿਕਾਰਡ ਕਰਨ ਦੇ ਲਈ ਪਹਿਲਾਂ ਸਾਨੂੰ ਕੰਜ਼ੰਪਸ਼ਨ ਪਤਾ ਕਰਨੀ ਚਾਹੀਦੀ ਹੈ ਵੀ ਉਹਦੇ ਐਕਸਪੈਂਡੀਚਰ ਕਿੰਨਾ ਹੋਇਆ। ਇਸ ਨੂੰ ਕੰਜ਼ੰਪਸ਼ਨ ਨੂੰ ਪਤਾ ਕਰਨ ਲਈ ਅਸੀਂ ਕੀ ਕਰਦੇ ਹਾਂ, ਅਸੀਂ ਜੋ ਰਿਸੀਪਟ ਐਂਡ ਪੇਮੈਂਟ ਅਕਾउंट ਦੇ ਵਿੱਚ ਅਮਾਉਂਟ ਲਿਖੀ ਹੁੰਦੀ ਆ ਉਹ ਲੈ ਲੈਂਦੇ ਆ। ਉਹਦੇ ਵਿੱਚ ਜੋ ਪਿਛਲੀਆਂ ਐਡਜਸਟਮੈਂਟ ਆਪਾਂ ਲਾਸਟ ਪੁਆਇੰਟ 'ਚ ਕੀਤੀਆਂ ਸੀ, ਆਊਟਸਟੈਂਡਿੰਗ ਐਟ ਦਾ ਐਂਡ ਉਹਨੂੰ ਐਡ ਕਰ ਲਈਦਾ, ਅਮਾਉਂਟ ਪੇਡ ਇਨ ਐਡਵਾਂਸ ਐਟ ਦਾ ਬਿਗਨਿੰਗ ਉਹ ਐਡ ਕਰ ਲਈਦੀ ਆ। ਨਾਲ ਇਹਦੇ ਵਿੱਚ ਓਪਨਿੰਗ ਸਟਾਕ ਆਫ ਪਾਰਟਿਕੂਲਰ ਆਈਟਮ, ਜਿਵੇਂ ਇੱਥੇ ਸਟੇਸ਼ਨਰੀ ਦਿੱਤਾ ਉਹਦਾ ਓਪਨਿੰਗ ਸਟਾਕ ਐਡ ਕਰ ਲੈਣਾ ਵਾ। ਸੋ ਟੋਟਲ ਅਮਾਉਂਟ ਬਣ ਗਈ, ਉਹਦੇ ਵਿੱਚੋਂ ਲੈਸ ਕਰਨਾ ਵਾ, ਜਿਵੇਂ ਲਾਸਟ ਐਡਜਸਟਮੈਂਟ 'ਚ ਕੀਤਾ ਸੀ ਅਮਾਉਂਟ ਪੇਡ ਫॉर ਲਾਸਟ ਈਅਰ, ਅਮਾਉਂਟ ਪੇਡ ਫॉर ਨੈਕਸਟ ਈਅਰ। ਲਾਸਟ ਈਅਰ ਵਾਲੇ ਨੂੰ ਆਊਟਸਟੈਂਡਿੰਗ ਇਨ ਦਾ ਬਿਗਨਿੰਗ ਕਹਿੰਦੇ ਆ, ਨੈਕਸਟ ਈਅਰ ਵਾਲੇ ਨੂੰ ਐਡਵਾਂਸ ਐਟ ਦਾ ਐਂਡ ਕਹਿੰਦੇ ਆ। ਇਹਨਾਂ ਨੂੰ ਮਾਈਨਸ ਕਰਨਾ, ਨਾਲ ਹੀ ਅਸੀਂ ਸਟਾਕ ਐਟ ਦਾ ਐਂਡ ਆਫ ਦਾ ਈਅਰ ਇਹ ਵੀ ਲੈਸ ਕਰ ਦੇਣਾ ਵਾ। ਸੋ ਟੋਟਲ ਦੇ ਵਿੱਚੋਂ ਜਦੋਂ ਅਸੀਂ ਤਿੰਨਾਂ ਦਾ ਜੋੜ ਲੈਸ ਕਰਦੇ ਆ ਤਾਂ ਅਮਾਉਂਟ ਟੂ ਬੀ ਡੈਬਿਟਡ ਇਨ ਇਨਕਮ ਐਂਡ ਐਕਸਪੈਂਡੀਚਰ ਪਤਾ ਲੱਗ ਜਾਂਦੀ ਹੈ। ਇਹਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਡੈਬਿਟ ਕਰ ਦੇਣਾ, ਯਾਨੀ ਕਿ ਖਰਚੇ ਦੀ ਤਰ੍ਹਾਂ ਰਿਕਾਰਡ ਕਰ ਲੈਣਾ। ਯਾਨੀ ਕਿ ਜੇ ਕੰਜ਼ਿਊਮੇਬਲ ਆਈਟਮ ਆ ਉਹਨੂੰ ਅਸੀਂ ਪਤਾ ਕਰਨਾ ਤਾਂ ਸਿੱਧੀ ਐਡਜਸਟਮੈਂਟ ਇਹ ਆ, ਜੇ ਆਊਟਸਟੈਂਡਿੰਗ ਤੇ ਐਡਵਾਂਸ ਨਾ ਹੋਵੇ, ਪੇਮੈਂਟ ਲੈ ਲਓ, ਉਹਦੇ ਚ ਓਪਨਿੰਗ ਸਟਾਕ ਐਡ ਕਰ ਦਿਓ, ਕਲੋਜ਼ਿੰਗ ਸਟਾਕ ਲੈਸ ਕਰ ਦਿਓ। ਨੈਕਸਟ ਹੈਗਾ ਵਾ ਵੀ 7th ਪੁਆਇੰਟ ਵੀ ਇਸ ਤਰ੍ਹਾਂ ਹੋ ਸਕਦਾ ਵੀ ਜੇ ਸਾਲ ਦੇ ਐਂਡ ਦੇ ਵਿੱਚ ਰਿਸੀਪਟ ਐਂਡ ਪੇਮੈਂਟ ਅਕਾउंट ਵਿੱਚ ਜੋ ਅਸੀਂ ਰੈਵਨਿਊ ਰਿਸੀਪਟ ਲਿਖੀ ਆ ਉਹਦੇ ਇਲਾਵਾ ਨੀਚੇ ਕੁਝ, ਹੁਣ ਰਿਸੀਪਟ ਬਾਰੇ ਆ ਗਿਆ, ਰਿਸੀਪਟ ਲਿਖੀ ਆ ਨਾਲ ਕੁਝ ਐਡੀਸ਼ਨਲ ਇਨਫੋਰਮੇਸ਼ਨ ਵੀ ਦਿੱਤੀ ਆ ਤਾਂ ਉਹਦੇ ਰਿਗਾਰਡਿੰਗ ਐਡਜਸਟਮੈਂਟ ਹੋਏਗੀ। ਇਨਫੋਰਮੇਸ਼ਨ ਕੀ ਹੋ ਸਕਦੀ ਹੈ, ਐਡਵਾਂਸ ਦੀ ਹੋ ਸਕਦੀ ਹੈ ਜਾਂ ਅਕਰੂਡ ਦੀ ਹੋ ਸਕਦੀ ਹੈ, ਯਾਨੀ ਰਿਸੀਵੇਬਲ ਦੀ ਹੋ ਸਕਦੀ ਹੈ। ਅਸੀਂ ਕੀ ਕਰਨਾ, ਰਿਸੀਪਟ ਐਂਡ ਪੇਮੈਂਟ ਅਕਾउंट 'ਚ ਜੋ ਆਈਟਮ ਲਿਖੀ ਆ ਉਹਨੂੰ ਲਿਖ ਲੈਣਾ, ਉਹਦੇ 'ਚ ਲੈਸ ਕਰ ਦੇਣਾ ਅਮਾਉਂਟ ਰਿਸੀਵਡ ਫॉर ਲਾਸਟ ਈਅਰ ਜੋ ਪਿਛਲੇ ਸਾਲ ਲਈ ਮਿਲੀ ਇਹਨੂੰ ਅਮਾਉਂਟ ਰਿਸੀਵੇਬਲ ਇਨ ਦਾ ਬਿਗਨਿੰਗ ਕਹਿੰਦੇ ਆ। ਫਿਰ ਲੈਸ ਕਰ ਦੇਣਾ ਅਮਾਉਂਟ ਰਿਸੀਵਡ ਫॉर ਨੈਕਸਟ ਈਅਰ, ਇਹਨੂੰ ਅਮਾਉਂਟ ਰਿਸੀਵਡ ਇਨ ਐਡਵਾਂਸ ਐਟ ਐਂਡ ਕਹਿੰਦੇ ਆ। ਜੋ ਅਮਾਉਂਟ ਬਚੇਗੀ ਉਹਦੇ ਵਿੱਚ ਐਡ ਕਰ ਦੇਣਾ ਅਸੀਂ ਅਮਾਉਂਟ ਰਿਸੀਵੇਬਲ ਐਟ ਦਾ ਐਂਡ ਆਫ ਦਾ ਈਅਰ, ਪਲੱਸ ਕਰ ਦੇਣਾ ਅਮਾਉਂਟ ਰਿਸੀਵਡ ਇਨ ਐਡਵਾਂਸ ਇਨ ਦਾ ਬਿਗਨਿੰਗ ਆਫ ਦਾ ਈਅਰ। ਇਹਨਾਂ ਦੋਨਾਂ ਨੂੰ ਐਡ ਕਰ ਦੇਣਾ, ਜੋ ਆਈਟਮ ਆਏਗੀ ਉਹ ਆ ਜਾਊਗੀ ਅਮਾਉਂਟ ਟੂ ਬੀ ਕ੍ਰੈਡਿਟਡ ਇਨ ਇਨਕਮ ਐਂਡ ਐਕਸਪੈਂਡੀਚਰ ਅਕਾउंट। ਇਹਨਾਂ ਰਿਗਾਰਡਿੰਗ ਅਸੀਂ ਨੂਮੈਰੀਕਲਸ ਬਾਅਦ ਚ ਕਰਾਂਗੇ, ਇਹ ਸਾਰੇ ਇਹਦੇ ਵਿੱਚ ਹੀ ਆਉਂਦੇ ਆ ਇਨਕਮ ਐਂਡ ਐਕਸਪੈਂਡੀਚਰ ਅਕਾउंट ਬਣਾਉਣ ਦੇ ਦੌਰਾਨ। ਨੈਕਸਟ ਆ ਜਾਂਦਾ ਵਾ ਜੇ ਰਿਸੀਪਟ ਐਂਡ ਪੇਮੈਂਟ ਅਕਾउंट ਦੇ ਵਿੱਚ ਕਿਸੇ ਐਸੈਟਸ
ਦੀ ਸੇਲ ਕੀਤੀ ਆ ਤੇ ਉਹ ਤੋਂ ਪ੍ਰਾਪਤ ਰਸੀਪਟ ਇਨਕਲੂਡ ਕੀਤੀ ਗਈ ਆ, ਤਾਂ ਉਹ ਜਿਹੜੀ ਸੰਪत्ति ਦੀ ਵਿਕਰੀ ਤੋਂ ਜੋ ਲਾਭ ਜਾਂ ਹਾਨੀ ਹੋਇਆ ਉਹਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਲਿਖਣਾ ਹੁੰਦਾ। ਪਰ ਰਸੀਪਟ ਐਂਡ ਪੇਮੈਂਟ ਅਕਾਊਂਟ 'ਚ ਪ੍ਰੋਫਿਟ ਜਾਂ ਲਾਸ ਤਾਂ ਦਿੱਤਾ ਨਹੀਂ ਹੁੰਦਾ, ਉਹ 'ਚ ਤਾਂ ਕੁੱਲ ਅਮਾਊਂਟ ਲਿਖੀ ਹੁੰਦੀ ਹੈ ਵੀ ਕਿੰਨੀ ਮਿਲੀ ਆ। ਤਾਂ ਸੰਪत्ति ਤੋਂ ਜੋ ਲਾਭ ਜਾਂ ਹਾਨੀ ਹੋਇਆ ਉਹਨੂੰ ਪਤਾ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਅਸੀਂ ਜੋ ਅਮਾਊਂਟ ਰਸੀਵਡ ਹੋਈ ਹੁੰਦੀ ਆ ਐਸੈਟ ਦੀ ਸੇਲ ਤੋਂ ਉਹਨੂੰ ਲਿਖ ਲੈਂਦੇ ਆ। ਉਹਦੇ ਵਿੱਚੋਂ ਅਸੀਂ ਲੈਸ ਕਰਦੇ ਆ ਬੁੱਕ ਵੈਲਿਊ ਆਫ ਐਸੈਟ ਸੋਲਡ। ਬੁੱਕ ਵੈਲਿਊ ਕਿਵੇਂ ਪਤਾ ਕਰਨੀ ਆ, ਜਿੰਨੀ ਵੈਲਿਊ ਆ ਐਸੈਟ ਦੀ ਉਹ ਲਿਖ ਲੈਣੀ ਆ, ਉਹਦੇ ਵਿੱਚ ਡੈਪਰੀਸੀਏਸ਼ਨ ਅਪ ਟੂ ਡੇਟ ਆਫ ਸੇਲ ਮਾਈਨਸ ਕਰ ਦੇਣੀ ਆ, ਯਾਨੀ ਵੈਲਿਊ ਦੇ ਵਿੱਚ ਜੋ ਡੈਪਰੀਸੀਏਸ਼ਨ ਉਹ ਆ ਗਈ ਬੁੱਕ ਵੈਲਿਊ ਆਫ ਐਸੈਟ ਸੋਲਡ। ਅਸੀਂ ਜਿੰਨੀ ਸੇਲ ਤੋਂ ਅਮਾਊਂਟ ਮਿਲੀ ਆ ਉਹ ਚੋਂ ਬੁੱਕ ਵੈਲਿਊ ਲੈਸ ਕਰ ਦੇਣੀ ਆ। ਜੋ ਆ ਜਾਊਗਾ ਜੇ ਪੋਜ਼ਿਟਿਵ ਆ ਗਿਆ ਤਾਂ ਮਤਲਬ ਤੁਹਾਨੂੰ ਪ੍ਰੋਫਿਟ ਹੋ ਗਿਆ, ਇਹਨੂੰ ਇਨਕਮ ਸਾਈਡ ਲਿਖ ਦਾਂਗੇ। ਜੇ ਨੈਗੇਟਿਵ ਆ ਗਿਆ ਲਾਸ ਹੋ ਗਿਆ, ਇਹਨੂੰ ਅਸੀਂ ਐਕਸਪੈਂਡੀਚਰ ਸਾਈਡ ਲਿਖ ਦਾਂਗੇ। ਸੋ 8 ਪੁਆਇੰਟ ਹੋ ਗਏ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਨੂੰ ਪ੍ਰਪੇਅਰ ਕਰਨ ਦੇ ਲਈ। ਜਿਹੜੀ ਆਈਟਮ ਦੇ ਰਿਗਾਰਡਿੰਗ ਐਡਜਸਟਮੈਂਟ ਆ ਉਹ ਸਾਰੀਆਂ ਕਰ ਲੈਣੀਆਂ। ਫਿਰ ਨੈਕਸਟ ਦੇ ਵਿੱਚ ਕੀ ਹੁੰਦਾ ਵਾ, ਨੈਕਸਟ ਪੁਆਇੰਟ ਦੇ ਵਿੱਚ 9th ਪੁਆਇੰਟ ਦੇ ਵਿੱਚ ਅਸੀਂ ਰਿਸੀਪਟ ਦਾ ਟੋਟਲ ਲਾ ਲੈਣਾ ਵਾ, ਐਕਸਪੈਂਡੀਚਰ ਦਾ ਟੋਟਲ ਲਾ ਲੈਣਾ ਵਾ। ਜੇ ਰਿਸੀਪਟ ਜ਼ਿਆਦਾ ਵਾ ਐਕਸਪੈਂਡੀਚਰ ਨਾਲੋਂ ਤਾਂ 2 ਵਾਲੀ ਸਾਈਡ ਸਰਪਲਸ ਲਿਖ ਦੇਣਾ ਵਾ। ਜੇ ਐਕਸਪੈਂਡੀਚਰ ਜ਼ਿਆਦਾ ਵਾ ਇਨਕਮ ਨਾਲੋਂ ਤਾਂ ਅਸੀਂ ਬਾਏ ਵਾਲੀ ਸਾਈਡ ਡੈਫਿਸਿਟ ਲਿਖ ਦੇਣਾ। ਹੁਣ ਆਪਾਂ ਨਿਊਮੈਰੀਕਲ ਤੋਂ ਦੇਖਾਂਗੇ। ਫਰੋਮ ਦਾ ਫੋਲੋਇੰਗ ਰਿਸੀਪਟ ਐਂਡ ਪੇਮੈਂਟ ਅਕਾਊਂਟ ਪ੍ਰਪੇਅਰ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਪਹਿਲਾਂ ਇੱਕ ਸਿੰਪਲ ਨਿਊਮੈਰੀਕਲ ਲੈ ਲਿਆ, ਇਹ 'ਚ ਅਸੀਂ ਕੋਈ ਐਡਜਸਟਮੈਂਟ ਨਹੀਂ ਲਈ ਹੈਗੀਆਂ, ਕੋਈ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ। ਸੋ ਇਹ ਰਿਸੀਪਟ ਐਂਡ ਪੇਮੈਂਟ ਅਕਾਊਂਟ ਦਿੱਤਾ ਹੋਇਆ ਤਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਪ੍ਰਪੇਅਰ ਕਰਨਾ ਸੀ। ਪਰਫਾਰਮਾ ਨਾਲੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਫੋਰ ਦਾ ਈਅਰ ਐਂਡਡ 31 ਮਾਰਚ, ਡੈਬਿਟ ਸਾਈਡ ਕ੍ਰੈਡਿਟ ਸਾਈਡ। ਦੇਖੋ ਇਧਰੋਂ ਸ਼ੁਰੂ ਕਰਾਂਗੇ ਰਿਸੀਪਟ ਸਾਈਡ ਤੋਂ। ਰਿਸੀਪਟ ਸਾਈਡ ਆ ਜਿਹੜੀ ਇਹਦੀ ਇਨਕਮ ਸਾਈਡ ਬਣੇਗੀ। ਬੈਲੈਂਸ ਅਸੀਂ ਕਿਤੇ ਨਹੀਂ ਲਿਖਣੇ ਹੁੰਦੇ, ਕੈਸ਼ ਤੇ ਬੈਂਕ ਦਾ ਬੈਲੈਂਸ ਨਹੀਂ ਲਿਖਣਾ। ਸਬਸਕ੍ਰਿਪਸ਼ਨ ਆ ਟੂ ਸਬਸਕ੍ਰਿਪਸ਼ਨ, ਕੋਈ ਐਡੀਸ਼ਨਲ ਇਨਫੋਰਮੇਸ਼ਨ ਨਹੀਂ ਦਿੱਤੀ, ਇਹਨੂੰ ਇਨਕਮ ਮੰਨਿਆ ਜਾਊਗਾ, ਬਾਏ ਸਬਸਕ੍ਰਿਪਸ਼ਨ ਲਿਖ ਦਾਂਗੇ। ਦੈਨ ਨੈਕਸਟ ਆ ਗਿਆ ਡੋਨੇਸ਼ਨ, ਇਹ ਵੀ ਇਨਕਮ ਮੰਨੀ ਜਾਊਗੀ, ਸੋ ਇਹਨੂੰ ਬਾਏ ਡੋਨੇਸ਼ਨ ਲਿਖ ਦਾਂਗੇ। ਨੈਕਸਟ ਕਮਿਸ਼ਨ, ਇਹ ਵੀ ਇਨਕਮ ਮੰਨੀ ਜਾਊਗੀ, ਬਾਏ ਕਮਿਸ਼ਨ ਲਿਖ ਦਾਂਗੇ। ਸਿੰਪਲ ਨੰਬਰਿਕਲ ਆ। ਸੋ ਇਸ ਤਰ੍ਹਾਂ ਪੇਮੈਂਟ ਸਾਈਡ ਆ ਜਿਹੜੀ ਉਹ ਐਕਸਪੈਂਡੀਚਰ ਬਣ ਜਾਏਗੀ। ਬਾਏ ਰੈਂਟ ਟੂ ਰੈਂਟ ਲਿਖ ਦਾਂਗੇ 3000। ਦੈਨ ਬਾਏ ਬੁੱਕਸ ਪਰਚੇਜ਼ ਆ, ਇਹ ਐਸੈਟ ਹੁੰਦੀ ਹੈ ਸਾਡੀ, ਐਕਸਪੈਂਡੀਚਰ ਨਹੀਂ ਹੁੰਦਾ, ਇਸ ਕਰਕੇ ਇਹਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਨਹੀਂ ਲਿਖਾਂਗੇ, ਬੈਲੈਂਸ ਸ਼ੀਟ 'ਚ ਲਿਖੀ ਜਾਊਗੀ। ਦੈਨ ਇਨਵੈਸਟਮੈਂਟ ਵੀ ਸਾਡੀ ਐਸੈਟ ਹੁੰਦੀ ਹੈ, ਇਹਨੂੰ ਵੀ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਨਹੀਂ ਲਿਖਾਂਗੇ। ਪੋਸਟ ਐਂਡ ਸਟੇਸ਼ਨਰੀ ਐਕਸਪੈਂਡੀਚਰ ਹੁੰਦਾ ਨੇ, ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਟੂ ਪੋਸਟ ਐਂਡ ਸਟੇਸ਼ਨਰੀ ਲਿਖ ਦਾਂਗੇ। ਦੈਨ ਨਿਊਜ਼ਪੇਪਰ ਐਂਡ ਮੈਗਜ਼ੀਨ 4000 ਦੀ, ਇਹ ਵੀ ਐਕਸਪੈਂਡੀਚਰ ਹੈ, ਇਹਨੂੰ ਟੂ ਨਿਊਜ਼ਪੇਪਰ ਐਂਡ ਮੈਗਜ਼ੀਨ ਲਿਖ ਦਾਂਗੇ 4000। ਜਨਰਲ ਐਕਸਪੈਂਡ ਵੀ ਐਕਸਪੈਂਡੀਚਰ ਆ, ਟੂ ਜਨਰਲ ਐਕਸਪੈਂਸ 5800। ਹੁਣ ਅਸੀਂ ਟੋਟਲ ਲਗਾ ਲਾਂਗੇ। ਪਹਿਲਾਂ ਇਨਕਮ ਸਾਈਡ ਦਾ ਟੋਟਲ ਲਾਉਂਦੇ ਆ 20, 2 ਬਾਈ 2 24,700। ਫਿਰ ਇੱਧਰ 3 3 6 4 10 ਤੇ 5 15 800 ਘਟਾ ਦਿੰਨੇ, ਇਹਦੇ ਚੋਂ 8900 ਬਚ ਗਿਆ, ਦੈਟ ਇਜ਼ ਆਵਰ ਸਰਪਲਸ। ਇਹਨੂੰ ਸਰਪਲਸ ਕਰਕੇ ਲਿਖ ਦਾਂਗੇ। ਸੋ ਇਸ ਤਰ੍ਹਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਪ੍ਰਪੇਅਰ ਹੁੰਦਾ ਵਾ। ਨੈਕਸਟ ਹੈਗਾ ਫਰੋਮ ਦਾ ਫੋਲੋਇੰਗ ਇਨਫੋਰਮੇਸ਼ਨ ਕੈਲਕੂਲੇਟ ਇਨਕਮ ਫਰੋਮ ਸਬਸਕ੍ਰਿਪਸ਼ਨ ਅਕਾਊਂਟ। ਅਸੀਂ ਇਨਕਮ ਕੈਲਕੂਲੇਟ ਕਰਨੀ ਹੈ ਸਬਸਕ੍ਰਿਪਸ਼ਨ ਤੋਂ। ਸਬਸਕ੍ਰਿਪਸ਼ਨ ਤੋਂ ਇਨਕਮ ਕਿੰਨੀ ਹੋਈ ਆ, ਸੋ ਅਸੀਂ ਜਿੰਨੀ ਅਮਾਊਂਟ ਰਿਸੀਵ ਹੋਈ ਹੈ ਐਜ਼ ਅ ਸਬਸਕ੍ਰਿਪਸ਼ਨ ਉਹਨੂੰ ਲੈ ਲਾਂਗੇ। ਅਮਾਊਂਟ ਰਿਸੀਵ ਐਜ਼ ਸਬਸਕ੍ਰਿਪਸ਼ਨ ਡਿਊਰਿੰਗ ਦਾ ਈਅਰ 4,50,000 ਲਿਖ ਲਾਂਗੇ ਇੱਥੇ। ਅਮਾਊਂਟ ਰਿਸੀਵ ਐਜ਼ ਸਬਸਕ੍ਰਿਪਸ਼ਨ ਐਜ਼ ਪਰ ਰਿਸੀਪਟ ਐਂਡ ਪੇਮੈਂਟ ਅਕਾਊਂਟ 4,50,000। ਸਬਸਕ੍ਰਿਪਸ਼ਨ ਆਊਟਸਟੈਂਡਿੰਗ ਇਨ ਦਾ ਬਿਗਨਿੰਗ ਆਫ ਦਾ ਈਅਰ, ਇਹਨੂੰ ਅਸੀਂ ਲੈਸ ਕਰਨਾ ਹੁੰਦਾ ਕਿਉਂਕਿ ਇਹ ਪਿਛਲੇ ਸਾਲ ਨਾਲ ਰਿਲੇਟਡ ਹੁੰਦੀ ਹੈ। 90,000 ਅਸੀਂ ਮਾਈਨਸ ਕਰਾਂਗੇ। ਅਮਾਊਂਟ ਆਊਟਸਟੈਂਡਿੰਗ ਇਨ ਦਾ ਬਿਗਨਿੰਗ ਆਫ ਦਾ ਈਅਰ 90,000। ਦੈਟ ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ ਇਨ ਦਾ ਬਿਗਨਿੰਗ ਆਫ ਈਅਰ, ਸ਼ੁਰੂ ਦੇ ਵਿੱਚ ਜਿਹੜੀ ਐਡਵਾਂਸ ਹੁੰਦੀ ਆ ਉਹ ਇਸ ਸਾਲ ਨਾਲ ਰਿਲੇਟਡ ਹੁੰਦੀ ਹੈ, ਇਸ ਕਰਕੇ ਅਮਾਊਂਟ ਰਿਸੀਵਡ ਇਨ ਐਡਵਾਂਸ ਇਨ ਦਾ ਬਿਗਨਿੰਗ ਈਅਰ 70,000 ਨੂੰ ਐਡ ਕਰ ਲਵਾਂਗੇ। ਐਡ ਅਮਾਊਂਟ ਰਿਸੀਵਡ ਇਨ ਐਡਵਾਂਸ ਫॉर ਸਬਸਕ੍ਰਿਪਸ਼ਨ ਇਨ ਦਾ ਬਿਗਨਿੰਗ ਈਅਰ 70,000। ਦੈਨ ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ ਐਟ ਦਾ ਐਂਡ ਆਫ ਦਾ ਈਅਰ 80,000। ਐਡਵਾਂਸ ਐਂਡ ਚ ਲਿੱਤੀ ਹੈ, ਨੈਕਸਟ ਈਅਰ ਨਾਲ ਰਿਲੇਟਡ, ਇਹਨੂੰ ਮਾਈਨਸ ਕਰਾਂਗੇ। ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ ਐਟ ਦਾ ਐਂਡ ਆਫ ਦਾ ਈਅਰ 80,000। ਦੈਨ ਸਬਸਕ੍ਰਿਪਸ਼ਨ ਆਊਟਸਟੈਂਡਿੰਗ ਐਟ ਦਾ ਐਂਡ ਆਫ ਈਅਰ, ਇਸ ਸਾਲ ਨਾਲ ਰਿਲੇਟਡ ਹੈ, ਇਸ ਕਰਕੇ ਇਹਨੂੰ ਅਸੀਂ ਐਡ ਕਰਾਂਗੇ। ਆਊਟਸਟੈਂਡਿੰਗ ਰੈਂਟ ਐਟ ਦਾ ਐਂਡ ਆਫ ਦਾ ਈਅਰ 20,000। ਫਿਰ 4,50,000 ਦੇ ਵਿੱਚ 20 ਤੇ 70 90,000 ਐਡ ਕਰ ਦਾਂਗੇ, 540 ਆ ਜਾਏਗਾ। ਉਹਦੇ ਵਿੱਚ 90 ਤੇ 80 170 ਮਾਈਨਸ ਕਰ ਦਾਂਗੇ, 3,70,000 ਆ ਗਿਆ। ਅਮਾਊਂਟ ਟੂ ਬੀ ਸ਼ੋਨ ਐਜ਼ ਇਨਕਮ ਫਰੋਮ ਸਬਸਕ੍ਰਿਪਸ਼ਨ ਇਨ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਨੈਕਸਟ ਆ ਗਿਆ ਸਾਡੇ ਕੋਲੇ ਹੇਠ ਲਿਖੀਆਂ ਸੂਚਨਾਵਾਂ ਤੋਂ 31 ਦਸੰਬਰ 2021 ਨੂੰ ਚੰਦੇ ਦਾ ਖਾਤਾ ਸਬਸਕ੍ਰਿਪਸ਼ਨ ਅਕਾਊਂਟ ਤਿਆਰ ਕਰੋ ਅਤੇ ਆਮਦਨ ਖਰਚ ਖਾਤੇ ਵਿੱਚ ਚੰਦੇ ਦਾ ਲੇਖਾ ਕਰੋ। ਫਰੋਮਿੰਗ ਇਨਫੋਰਮੇਸ਼ਨ ਤੋਂ ਸਬਸਕ੍ਰਿਪਸ਼ਨ ਅਕਾਊਂਟ ਬਣਾਉਣਾ ਵਾ ਤੇ ਸਬਸਕ੍ਰਿਪਸ਼ਨ ਕਿਵੇਂ ਰਿਕਾਰਡ ਕੀਤੀ ਜਾਊਗੀ ਇਹ ਸ਼ੋ ਕਰਨਾ ਵਾ। ਦੇਖੋ ਉਹੀ ਦਿੱਤੀ ਹੋਈ ਹੈ ਇਨਫੋਰਮੇਸ਼ਨ, ਹੁਣ ਉਹਨੇ ਅਕਾਊਂਟ ਦੇ ਫਾਰਮ 'ਚ ਕਿਵੇਂ ਲਿਖਣੀ ਆ। ਦੇਖੋ ਇਹ ਪਹਿਲਾਂ ਓਪਨਿੰਗ ਬੈਲੈਂਸ, ਓਪਨਿੰਗ ਆਊਟਸਟੈਂਡਿੰਗ, ਕਲੋਜ਼ਿੰਗ ਆਊਟਸਟੈਂਡਿੰਗ ਤੋਂ ਸ਼ੁਰੂ ਹੁੰਦਾ। ਸਬਸਕ੍ਰਿਪਸ਼ਨ ਸਾਡੀ ਇਨਕਮ ਹੁੰਦੀ ਹੈ ਜਦੋਂ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਬਿਗਨਿੰਗ ਦੇ ਵਿੱਚ ਇਹ ਆਏ ਸਾਡੀ ਐਸੈਟ ਆ, ਇਸ ਕਰਕੇ ਇਹਨੂੰ ਟੂ ਵਾਲੀ ਸਾਈਡ ਲਿਖਾਂਗੇ।
सो अमाउंट रसीव्ड बाद चो पावांगे, पहला असीं लिखांगे सबसक्रिप्शन आउटस्टैंडिंग इन द बिगिनिंग 2 वाली साइड, 2 सबसक्रिप्शन आउटस्टैंडिंग इन द बिगिनिंग 40,000। दैन सबसक्रिप्शन रसीव्ड इन एडवांस इन द बिगिनिंग, एडवांस वाली लाइबिलिटी है, इहनूं असीं बाय वाली साइड लिखांगे, बाय सबसक्रिप्शन इन एडवांस इन द बिगिनिंग 30,000। दैन सबसक्रिप्शन रिसीव्ड इन एडवांस एट द एंड ऑफ द ईयर, जो असीं एडवांस ते सबसक्रिप्शन लिखी है, क्योंकि बिगिनिंग वाली सबसक्रिप्शन इधर आई है, एंड वाली इधर आ जाऊगी, सबसक्रिप्शन इन एडवांस एट द एंड ऑफ द ईयर 10,000। दैन सबसक्रिप्शन आउटस्टैंडिंग एट द एंड ऑफ ईयर, आउटस्टैंडिंग ओपनिंग आउटस्टैंडिंग 2 वाली साइड आई सी, क्लोजिंग आउटस्टैंडिंग बाय वाली साइड आऊगी, बाय आउटस्टैंडिंग एट द एंड 60,000। अमाउंट रिसीव्ड एज सबसक्रिप्शन ड्यूरिंग द ईयर, जिन्ने सानू सबसक्रिप्शन तो रुपये प्राप्त होए आ, वो असीं बाय वाली साइड लिखांगे, बाय बैंक रिसीप्ट एंड पेमेंट अकाउंट च जिन्ने रिसीव होए सानू, दैट इज 1,20,000 जो सानू रिसीव होया, क्योंकि सबसक्रिप्शन साडी इनकम आ। सो इत्थे पर्टिकुलर अमाउंट आना वा, इत्थे एक्सपेंडिचर नहीं आना, इत्थे इनकम नहीं आना, पर्टिकुलर अमाउंट। सो बैंक रिसीप्ट एंड पेमेंट अकाउंट इत्थे लिख लिया। हुण इन सारे नूं असीं ऐड करांगे, 20 ते 1 50 2,10,000 आ गया, इहदे विचों 10,000 एक घटाना, 40,000 एक घटाना, 1,60,000 जिहड़ा बैलेंसिंग फिगर आया ये आ गया साडा इस साल दी इनकम एंड एक्सपेंडिचर अकाउंट च इहनूं पा देना वा, इनकम फ्रॉम सबसक्रिप्शन। ये सबसक्रिप्शन अकाउंट बन गया। हुण मैं इहनूं समरी करदा वां, देखो जो सबसक्रिप्शन अकाउंट बनाना वा, ओपनिंग आउटस्टैंडिंग इधर लिख लेना 2 वाली साइड, क्लोजिंग इहदे क्रॉस च बाय वाली साइड एंड ते लिखना वा, क्लोजिंग आउटस्टैंडिंग। ओपनिंग एडवांस इधर लिखना वा, क्लोजिंग एडवांस इधर लिखना। जो रिसीप्ट मिली है इनकम है, इस करके क्रेडिट होनी है, बाय वाली साइड असीं इहनूं पा देना वा रिसीप्ट एंड पेमेंट अकाउंट। जो बैलेंसिंग फिगर आऊगी वो साडी इनकम एंड एक्सपेंडिचर दे विच इनकम आ जानी है 1,60,000। नैक्सट साडे कोल हैगा कैलकुलेट अमाउंट टू बी डेबिटेड एज स्टेशनरी इन द इनकम एंड एक्सपेंडिचर अकाउंट। स्टेशनरी कढनी है, मैथड वही है, देखो जिन्नी रिसीप्ट एंड पेमेंट अकाउंट च लिखिया 15,500 इहनूं असीं लै लेना वा, अमाउंट पेड एज स्टेशनरी एज पर रिसीप्ट एंड अकाउंट 15,500। स्टॉक ऑफ स्टेशनरी एट द बिगिनिंग इहनूं ऐड करदे हुंदे आ 4500, स्टॉक ऑफ स्टेशनरी इन द बिगिनिंग ऑफ द ईयर ऐड कर लेनी है। दैन अमाउंट आउटस्टैंडिंग फॉर स्टेशनरी एट द बिगिनिंग ऑफ द ईयर, बिगिनिंग च जिहड़ी आउटस्टैंडिंग हुंदी है वो पिछले साल नाल रिलेटेड उहनूं लैस करीदा। सो अमाउंट पेड एज स्टेशनरी फॉर लास्ट ईयर, आउटस्टैंडिंग एट बिगिनिंग है जिहड़ी वो लास्ट ईयर नाल रिलेटेड होगी। सो इस करके जिहड़ा 4500 आ अमाउंट पेड एज स्टेशनरी फॉर लास्ट ईयर आ, ये हैगी आ आउटस्टैंडिंग फॉर स्टेशनरी एट द बिगिनिंग ऑफ द ईयर। नैक्सट आ गया अमाउंट आउटस्टैंडिंग फॉर स्टेशनरी एट द एंड ऑफ द ईयर, ये प्लस होगी आउटस्टैंडिंग स्टेशनरी एट द एंड ऑफ द ईयर, इनू ऐड कर देना 2300 रुपया। दैन एडवांस पेड इन स्टेशनरी इन द बिगिनिंग ऑफ द ईयर, बिगिनिंग वाला एडवांस जिहड़ा ऐड हुंदा 2600 रुपये नू ऐड कर देना, अमाउंट पेड इन एडवांस फॉर स्टेशनरी इन द बिगिनिंग ऑफ द ईयर 2600 रुपया। ते अमाउंट पेड इन एडवांस फॉर स्टेशनरी एट द एंड ऑफ द ईयर 1400 रुपये लैस करना वा, अमाउंट पेड एज स्टेशनरी फॉर नैक्सट ईयर हो गया है 1400 रुपये। इस तरह की कैलकुलेशन कर लेनी है। 15,500 के विच इन्हां तिन्नां दा जोड़ 9400 ऐड कर लिया, 24,900 के विचों ये तिन्नां दा जोड़ 10,400 माइनस करता। सो अमाउंट टू बी शोन एज इनकम एंड एक्सपेंडिचर अकाउंट 14,500 आ गया। सो ये सी अपना जवाब है। देखो ये जो छोटे छोटे न्यूमेरिकल आ पेपर दे विच आंदे आ 3 नंबर दे, क्योंकि ज्यादा लेंथी क्वेश्चन आना नहीं है, ये थोड़े इंपॉर्टेंट होंगे, इस करके वीडियो च इन्होंने इंक्लूड कर लिया वा। सो थैंक्स फॉर वाचिंग। सो इस वीडियो नू अपने नाल दे स्टूडेंट्स नू शेयर करो ते चैनल नू सबसक्राइब करो।